ਸਤਿ ਸ਼੍ਰੀ ਅਕਾਲ ਸਟੂਡੈਂਟਸ, ਮਾਈ ਨੇਮ ਇਜ਼ ਸੰਕਲਪ ਗੁਪਤਾ। ਹੋਪ ਸੋ ਤੁਸੀਂ ਕੱਲ ਦਾ ਲੈਕਚਰ ਇੰਜੋਏ ਕੀਤਾ ਹੋਵੇਗਾ ਤੇ ਰਿਵਾਈਜ਼ ਵੀ ਕੀਤਾ ਹੋਵੇਗਾ। ਸੋ ਅੱਜ ਦਾ ਟੌਪਿਕ ਹੈ ਨੈਸ਼ਨਲ ਸਿੰਬਲਸ। ਜਿਵੇਂ ਕਿ ਅੱਜ ਕਨਸਟੀਟਿਊਸ਼ਨ ਨੂੰ ਅਸੀਂ ਸਟਾਰਟ ਕੀਤਾ ਸੀਗਾ ਤੇ ਕਨਸਟੀਟਿਊਸ਼ਨ ਦੇ ਕੁਝ ਚੀਜ਼ਾਂ ਕੀਤੀਆਂ ਸੀ, ਹਾਊ ਦ ਕਨਸਟੀਟਿਊਸ਼ਨ ਵਾਸ ਫਾਰਮਡ, ਕਿਵੇਂ ਉਹਦੀ ਸਥਾਪਨਾ ਹੋਈ ਸੀ, ਕਿਹੜਾ ਮਿਸ਼ਨ ਆਇਆ ਸੀਗਾ। ਜਿਵੇਂ ਕਿ ਤੁਹਾਨੂੰ ਪਤਾ ਹੈ ਕੈਬਨਿਟ ਮਿਸ਼ਨ ਪਲਾਨ ਆਇਆ 1946 ਜਿਸ ਦੇ ਆਧਾਰ ਦੇ ਉੱਤੇ ਕਨਸਟੀਟਿਊਸ਼ਨ ਨੂੰ ਸਥਾਪਿਤ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਡਰਾਫਟਿੰਗ ਕਮੇਟੀ ਬਾਰੇ ਪੜਿਆ ਅਸੀਂ, ਜਿਹਦੇ ਚੇਅਰਮੈਨ ਡਾਕਟਰ ਬੀ ਆਰ ਅੰਬੇਡਕਰ ਸੀਗੇ। then we went to some of the other aspects. Today ਅਸੀਂ ਗੱਲ ਕਰਾਂਗੇ ਨੈਸ਼ਨਲ ਸਿੰਬਲਸ ਦੀ। ਨੈਸ਼ਨਲ ਫਲੈਗ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋਵੇ। ਤੁਹਾਨੂੰ ਪਤਾ ਹੋਣਾ ਚਾਹੀਦਾ ਸਟੂਡੈਂਟਸ ਕਿ ਨੈਸ਼ਨਲ ਫਲੈਗ ਜਿਹੜਾ ਉਹਨਾਂ ਨੇ ਕਿਹਨੇ ਡਿਜ਼ਾਈਨ ਕੀਤਾ ਸੀਗਾ ਸਭ ਤੋਂ ਪਹਿਲਾਂ। ਸੋ ਫਰਸਟ ਟਾਈਮ ਦ ਨੈਸ਼ਨਲ ਫਲੈਗ ਵਾਸ ਡਿਜ਼ਾਈਨਡ ਬਾय ਪਿੰਗਾਲੀ ਵੈਂਕਈਆ। ਤੁਸੀਂ ਯਾਦ ਕਰ ਸਕਦੇ ਹੋ ਸਾਡੇ ਵਾਈਸ ਪ੍ਰੈਜ਼ੀਡੈਂਟ ਵੈਂਕਈਆ ਨਾਇਡੂ, ਉਹਨਾਂ ਦੇ ਨਾਮ ਤੋਂ ਤੁਸੀਂ ਯਾਦ ਕਰ ਸਕਦੇ ਹੋ ਇਹ ਚੀਜ਼। ਪਿੰਗਾਲੀ ਵੈਂਕਈਆ ਕਿੱਥੋਂ ਦੇ ਸੀਗੇ? ਆਂਧਰਾ ਪ੍ਰਦੇਸ਼ ਦੇ। ਆਂਧਰਾ ਪ੍ਰਦੇਸ਼ ਦੇ। ਤੇ ਇਸ ਕਦੋਂ ਹੁੰਦਾ ਹੈ ਅਡਾਪਟ? ਇਹ ਬਹੁਤ ਇੰਪੋਰਟੈਂਟ ਹੈ ਸਟੂਡੈਂਟਸ। ਇਟ ਇਜ਼ ਅਡਾਪਟਡ ਔਨ ਜੁਲਾਈ 22 1947। ਤਾਂ ਤੁਹਾਨੂੰ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਯਾਦ ਹੋਣਾ ਚਾਹੀਦਾ ਹੈ। ਦੋ ਕੁਐਸਚਨਸ ਇਹਦੇ ਵਿੱਚ ਹੋਰ ਇੰਪੋਰਟੈਂਟ ਆਉਂਦੇ ਨੇ, ਜਿਹਦੇ ਵਿੱਚ ਆਉਂਦਾ ਹੈ ਕਿ ਰੇਸ਼ੋ ਆਫ ਨੈਸ਼ਨਲ ਫਲੈਗ ਕੀ ਹੈ। रेशो है स्टूडेंट्स 3:2, ओके, बिटवीन द लेंथ एंड द ब्रेड्थ। ਤੇ ਤਿੰਨ ਕਲਰਸ ਇਹਦੇ ਹੁੰਦੇ ਨੇ, ਤੁਹਾਨੂੰ ਇਹ ਸਾਰਿਆਂ ਨੂੰ ਸਟੂਡੈਂਟਸ ਪਤਾ ਹੀ ਹੈ ਕਿ ਗ੍ਰੀਨ, ਵਾਈਟ ਐਂਡ ਸੈਫਰਨ। ओके, सैफरन, वाइट एंड ग्रीन आर द थ्री कलर्स ऑफ द नेशनल फ्लैग। दूसरा ਤੁਹਾਨੂੰ ਸਭ ਪਤਾ ਹੈ ਕਿ ਨੈਸ਼ਨਲ ਫਲੈਗ ਦੇ ਵਿੱਚ ਜਿਵੇਂ ਇਦਾਂ ਆਪਾਂ ਗੱਲ ਕਰੀਏ ਵਿੱਚ ਇੱਕ ਅਸ਼ੋਕ ਚੱਕਰ ਬਣਿਆ ਹੁੰਦਾ ਹੈ ਤੇ ਇਹਦੇ ਪੁੱਛ ਸਕਦੇ ਆ ਕਿ ਕਿੰਨੇ ਸਪੋਕਸ ਹੁੰਦੇ ਆ। The middle portion of has Ashok Chakra in the blue with 24 spokes. तो स्टूडेंट्स ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਸ਼ੋਕ ਚੱਕਰ ਦਾ ਕਲਰ ਕੀ ਹੈ? ਬਲੂ ਹੈ। ਸਪੋਕਸ ਕਿਹੜੀ ਹੈ? 24 ਹੈ। ਲੈਂਥ ਬ੍ਰੈਡਥ ਦੀ ਰੇਸ਼ੋ ਕਿੰਨੀ ਹੈ ਤੁਹਾਡੀ ਨੈਸ਼ਨਲ ਫਲੈਗ ਦੀ? 3:2 ਹੈ। ਡਿਜ਼ਾਈਨ ਕਿੰਨੇ ਕੀਤਾ? ਪਿੰਗਾਲੀ ਵੈਂਕਈਆ ਨੇ, ਆਂਧਰਾ ਪ੍ਰਦੇਸ਼ ਸੀਗੇ। ਤੇ 22 of July 1947 ਵਿੱਚ ਸਾਡੇ ਨੈਸ਼ਨਲ ਫਲੈਗ ਨੂੰ ਅਡਾਪਟ ਕੀਤਾ ਗਿਆ। ਸੈਕੰਡ ਹੀ ਚਲਾਂਗੇ ਸਟੂਡੈਂਟਸ ਨੈਸ਼ਨਲ ਐਂਥਮ ਤੇ। It was taken from the Sarnath pillar of the Ashoka. ਤੁਹਾਨੂੰ ਪਤਾ ਹੈ ਕਿ ਹਿਸਟਰੀ ਦੇ ਵਿੱਚ ਅਸ਼ੋਕਾ ਸੀਗਾ ਜਿਹੜਾ ਉਹ ਬਹੁਤ ਸਾਰੇ ਪਿਲਰਸ ਨੂੰ ਖੜਾ ਕਰਦਾ ਸੀਗਾ। ਜਿਹੜੇ ਪਿਲਰਸ ਹੁੰਦੇ ਬੇਸਿਕਲੀ ਉਹਦੇ ਉੱਤੇ ਉਹ ਆਪਣੀ ਐਡਿਕਟਸ ਨੂੰ ਲਿਖਦਾ ਸੀ, ਆਪਣੀ ਡਾਇਰੈਕਸ਼ਨਸ ਨੂੰ ਲਿਖਦਾ ਸੀਗਾ ਕਿ ਇਹ ਕੁਝ ਕਰਨਾ ਚਾਹੀਦਾ ਹੈ, ਇਦਾਂ ਲਾਈਫ ਹੋਣੀ ਚਾਹੀਦੀ ਹੈ। ਆਪਣੀ ਜਰਨੀ ਬਾਰੇ ਲਿਖਦਾ ਸੀਗਾ, ਆਪਣੇ ਲਾਈਫਸਟਾਈਲ ਬਾਰੇ ਦੱਸਦਾ ਸੀਗਾ, ਆਪਣੀ ਲਾਈਫ ਬਾਇਓਗ੍ਰਾਫੀ ਦੱਸਦਾ ਸੀਗਾ। ਸਿਮਿਲਰਲੀ ਇਦਾਂ ਇੱਕ ਸਾਰਨਾਥ ਦਾ ਐਡਿਕਟ ਸੀਗਾ, ਸਾਰਨਾਥ ਪਿਲਰ ਸਭ ਨੂੰ ਪਤਾ ਹੈ ਅਸ਼ੋਕਾ ਦਾ ਹੈ, ਬਹੁਤ ਇੰਪੋਰਟੈਂਟ ਪਿਲਰ ਹੈ। ਕਿੱਥੇ ਹੈ? ਵਾਰਾਣਸੀ ਦੇ ਵਿੱਚ। ਜਿਹੜਾ ਨੈਸ਼ਨਲ ਐਂਬਲਮ ਹੈ ਸਾਡਾ ਉਸੇ ਹੀ ਪਿਲਰ ਤੋਂ ਲਿਆ ਗਿਆ ਹੈ। ਸੋ ਕਦੋਂ ਲਿਆ ਜਾਂਦਾ ਹੈ? 26 ਜਨਵਰੀ of 1950। ਐਜ਼ ਯੂ ਨੋ ਸਟੂਡੈਂਟਸ ਅਸੀਂ ਕੀਤਾ ਸੀ ਕੱਲ 26 ਜਨਵਰੀ 1950। ਕਿਹੜੀ ਡੇਟ ਸੀਗੀ ਸਾਡੀ? ਜਦੋਂ ਸਾਡਾ ਕਨਸਟੀਟਿਊਸ਼ਨ ਲਾਗੂ ਕੀਤਾ ਗਿਆ ਸੀਗਾ। ਡੇਟ ਆਫ ਕਮੈਂਸਮੈਂਟ ਆਫ ਦ ਕਨਸਟੀਟਿਊਸ਼ਨ। ਓਕੇ, so it was adopted by the government of India. The word Satyamev Jayate, which was written on the base of the Devanagari script. ਕੀ ਲਿਖਿਆ ਹੋਇਆ ਸਾਡੇ ਨੈਸ਼ਨਲ ਐਂਬਲਮ ਤੇ? ਸਤਯਮੇਵ ਜਯਤੇ। ਐਂਡ ਕਿਹੜੀ ਵਿੱਚ ਲਿਖਿਆ ਹੋਇਆ ਹੈ? ਦੇਵਨਾਗਰੀ ਸਕ੍ਰਿਪਟ ਦੇ ਵਿੱਚ। ਤੇ ਇਹ ਕਿੱਥੋਂ ਲਿਆ ਗਿਆ ਹੈ? ਕਿਹੜੀ ਉਪਨਿਸ਼ਦ ਚੋਂ ਲਿਆ ਗਿਆ? ਮੁੰਡਕਾ ਉਪਨਿਸ਼ਦ is a national motto of India. So ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜੋ ਤੁਹਾਨੂੰ ਯਾਦ ਕਰਨੀ ਚਾਹੀਦੀ ਹੈ। The word Satyamev Jayate, which was written at the base in the Devanagari script, is a national emblem ਦੇ ਥੱਲੇ ਬੇਸ ਦੇ ਉੱਤੇ ਸਤਯਮੇਵ ਜਯਤੇ ਲਿਖਿਆ ਹੋਇਆ ਹੈ। ਜਿਨ ਕਿਸ ਉਪਨਿਸ਼ਦ ਚ ਲਿਆ ਸੀਗਾ? ਮੁੰਡਕਾ ਉਪਨਿਸ਼ਦ ਚ। ਤੁਸੀਂ ਇਹ ਇੰਪੋਰਟੈਂਟ ਕੁਐਸਚਨਸ ਨੇ ਥੋੜੇ ਜਿਹੇ, ਤੁਹਾਨੂੰ ਮੈਂ ਦੱਸ ਦਿੰਦਾ। सत्यमेव जयते कहां पे लिखा है? बेस पे लिखा हुआ है। केडी स्क्रिप्ट च? देवनागरी स्क्रिप्ट च। दूसरा केडी उपनिषद च लिया हुआ है? टेकन फ्रॉम मुंडका उपनिषद। क्वेश्चन बहुत बार आया है स्टूडेंट, आई होप कि तुसी ये याद कर लो। तीन क्वेश्चंस ने, पहला देवनागरी स्क्रिप्ट च है, ओके,
वेंकैया बंगाली वेंकैया नेशनल फ्लैग ਦਾ ਸੀਗਾ ਮੈਂ ਨੈਸ਼ਨਲ ਐਂਬਲਮ ਦੀ ਗੱਲ ਕਰ ਰਿਹਾ ਸਤਿਮੇਵ ਜਯਤੇ ਜੋ ਨੈਸ਼ਨਲ ਐਂਬਲਮ ਚ ਲਿਖਿਆ ਹੋਇਆ ਹੈ ਕਿਹੜੀ ਸਕ੍ਰਿਪਟ ਚ ਹੈ ਦੇਵਨਾਗਰੀ ਸਕ੍ਰਿਪਟ ਤੇ ਕਿਹੜੇ ਉਪਨਿਸ਼ਦ ਤੋਂ ਲਿਆ ਹੈ ਮੁੰਡਕ ਉਪਨਿਸ਼ਦ ਤੋਂ ਵਿੱਚੋਂ ਲਿਆ ਗਿਆ ਹੋਇਆ ਸਟੂਡੈਂਟਸ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਜਿਹੜਾ ਸਾਰਨਾਥ ਪਿਲਰ ਹੈ ਕਿੱਥੇ ਹੈ ਵਾਰਾਣਸੀ ਦੇ ਵਿੱਚ these are the basic questions ਜੋ ਇਹਨਾਂ ਦੇ ਵਿੱਚ ਆਉਣ ਦੀ ਉਮੀਦ ਹੈ ਆਪਾਂ ਹੁਣ ਨੈਕਸਟ ਸਲਾਈਡ ਤੇ ਚੱਲਾਂਗੇ ਜਿਹਦੇ ਵਿੱਚ ਹੋਰ ਨੈਸ਼ਨਲ ਸਿੰਬਲਸ ਦੇ ਬਾਰੇ ਅਸੀਂ ਪੜਾਂਗੇ ਸਟੂਡੈਂਟਸ होप सो ਤੁਸੀਂ ਇਹ ਸਾਰਾ ਲਿਖਿਆ ਹੋਏ ਤੁਹਾਨੂੰ 2 ਸੈਕਿੰਡ ਦਿੰਦਾ ਤੁਸੀਂ ਪਲੀਜ਼ ਇਹਨਾਂ ਨੂੰ ਲਿਖ ਲਓ ਕੋਈ ਰਾਈਟ ਸਾਈਡ ਤੇ ਜੋ ਮੈਂ ਲਿਖ ਰਿਹਾ ਚਲੋ ਹੁਣ ਅਸੀਂ ਅੱਗੇ ਵਧਦੇ ਹਾਂ ਸੋ ਨਾਓ ਹੁਣ the ਬਹੁਤ ਇੰਪੋਰਟੈਂਟ ਚੀਜ਼ ਨੈਸ਼ਨਲ ਐਂਥਮ ਸਾਰਿਆਂ ਨੇ ਸੁਣਿਆ ਹੋਣਾ ਨੈਸ਼ਨਲ ਐਂਥਮ ਸਾਰੇ ਸਕੂਲਸ ਦੇ ਵਿੱਚ ਸਵੇਰੇ अर्ਲੀ ਮਾਰਨਿੰਗ ਪ੍ਰੇਅਰ ਸੇ ਬੋਲਿਆ ਜਾਂਦਾ ਜਦੋਂ ਸਾਡੀ ਸਵੇਰੇ ਪ੍ਰੇਅਰ ਕੀਤੀ ਜਾਂਦੀ ਹੈ ਰੱਬ ਦਾ ਨਾਮ ਲਿਆ ਜਾਂਦਾ ਹੈ ਉਸ ਤੋਂ ਬਾਅਦ ਵਿੱਚ ਸਾਡਾ ਕੀ ਕਰਦੇ ਆ ਨੈਸ਼ਨਲ ਐਂਥਮ ਨੂੰ ਯੂਜ਼ ਕੀਤਾ ਜਾਂਦਾ ਹੈ It was written by Rabindranath Tagore बहुत important है सब तो पहला क्वेश्चन तुम्हारे सामने आ रहा है कि it was written by Rabindranath Tagore written by Rabindranath Tagore and its recitation period students का क्वेश्चन बहुत है तो कॉमन है बट कई बच्चों को नहीं पता होता है recitation period कितना होता है national anthem का 52 सेकंड जे किसी ਨੂੰ ਰੈਸਿਟੇਸ਼ਨ ਦਾ ਸਮਝ ਨਹੀਂ ਲੱਗ ਰਿਹਾ that means ਕਿ ਕਿੰਨੀ ਦੇਰ ਵਾਸਤੇ ਵੱਜਦਾ ਹੈ ਇੱਕ ਵਾਰੀ ਅਮਿਤਾਭ ਬੱਚਨ ਜੀ ਨੇ ਥੋੜਾ ਜਿਹੜਾ ਬ੍ਰੌਡਕਾਸਟ ਕੀਤਾ ਸੀਗਾ ਉਹਦੇ ਵਿੱਚ ਨੈਸ਼ਨਲ ਐਂਥਮ ਕੁਝ ਟਾਈਮ ਦਾ ਇਸ਼ੂ ਹੋ ਗਿਆ ਸੀਗਾ ਉਹਨਾਂ ਨੇ ਲਾਈਕ ਥੋੜਾ ਜਲਦੀ ਬੋਲਤਾ ਸੀਗਾ ਜਾਂ ਥੋੜਾ ਲੇਟ ਬੋਲਤਾ ਸੀਗਾ ਉਹਨਾਂ ਦੇ ਅਗੇਂਸਟ ਨੈਸ਼ਨਲ ਐਂਥਮ ਦੀ ਕਹ ਲੋ ਕਿ ਬੇਅਦਬੀ ਦਾ ਕੇਸ ਹੋ ਗਿਆ ਸੀਗਾ ਸੋ ਨੈਸ਼ਨਲ ਐਂਥਮ ਇਜ਼ ਵੈਰੀ ਇੰਪੋਰਟੈਂਟ ਫॉर ਅਸ ਰੈਸਿਟੇਸ਼ਨ ਪੀਰੀਅਡ ਇਜ਼ ਆਫ 52 seconds 52 seconds ਵਾਸਤੇ ਨੈਸ਼ਨਲ ਐਂਥਮ ਨੂੰ ਬੋਲਣਾ ਹੁੰਦਾ ਹੈ ਸੋ ਇਹ ਰੈਸਿਟੇਸ਼ਨ ਪੀਰੀਅਡ ਲਿਖਿਆ ਹੋਇਆ ਹੈ ਸੋ written by Rabindranath Tagore recitation period 52 seconds first time ਕਿੱਥੇ ਗਾਇਆ ਗਿਆ ਸੀ ਕੈਲਕਟਾ ਸੈਸ਼ਨ ਦੇ ਵਿੱਚ ਕਾਂਗਰਸ ਦੇ ਨਾ ਡਿਫਰੈਂਟ ਸੈਸ਼ਨਸ ਹੁੰਦੇ ਸੀਗੇ 1885 ਦੇ ਵਿੱਚ ਸ਼ੁਰੂ ਹੁੰਦਾ ਹੈ ਜਿਹਦੇ ਵਿੱਚ ਪਹਿਲਾ ਸੈਸ਼ਨ ਹੁੰਦਾ ਬੰਬੇ ਚ ਜਿਹਦੇ ਵਿੱਚ 85 ਡੈਲੀਗੇਟਸ ਆਉਂਦੇ ਨੇ 72 ਡੈਲੀਗੇਟਸ ਆਉਂਦੇ ਨੇ ਬੰਬੇ ਵਿੱਚ ਤੇ ਇੱਕ ਸੈਸ਼ਨ ਲਗਾਉਂਦੇ ਜਿਹਨੂੰ ਆਈਐਲਸ ਦੇ ਸੈਸ਼ਨ ਕਹਿੰਦੇ ਆ ਸਟੂਡੈਂਟ ਉਸ ਤੋਂ ਬਾਅਦ ਅਸੀਂ ਗੱਲ ਕਰਨੀ ਹੈ ਕਿ ਇਹ ਕਿਹੜੇ ਸੈਸ਼ਨ ਦੇ ਵਿੱਚ ਗਾਇਆ ਗਿਆ ਸੀ ਇਹ ਗਾਇਆ ਗਿਆ ਸੀਗਾ ਕੈਲਕਟਾ ਸੈਸ਼ਨ ਦੇ ਕਾਂਗਰਸ ਦੇ on 27th December of 1911 बहुत इंपॉर्टेंट क्वेश्चन है कि केड़े सेशन च गाया गया सी नेशनल एंथम फर्स्ट टाइम कैलकाटा सेशन ताकू याद होना चाहिए मैं साइड पे लिख देना क्वेश्चन ताकि तुसी अपनी कॉपीज पे लिख लो sung for the first time at Calcutta session of Congress कदों गाया गया 1911 ਦੇ ਵਿੱਚ ओके स्टूडेंट्स सो ਉਸ ਤੋਂ ਬਾਅਦ ਤੁਹਾਨੂੰ ਪਤਾ ਹੋਣਾ ਚਾਹੀਦਾ 24th ਜਨਵਰੀ 1950 ਕਨਸਟੀਟਿਊਸ਼ਨ ਅਸੈਂਬਲੀ ਨੇ ਅਡਾਪਟ ਕਰ ਲਿਆ ਨੈਸ਼ਨਲ ਐਂਥਮ ਆਫ ਇੰਡੀਆ ਇਹਨੂੰ ਅਡਾਪਸ਼ਨ ਡੇਟ ਫਿਰ ਤੁਹਾਨੂੰ ਗੱਲ ਦੱਸ ਰਿਹਾ ਅਡਾਪਟ ਕਦੋਂ ਕੀਤਾ ਗਿਆ ਨੈਸ਼ਨਲ ਐਂਥਮ ਨੂੰ ਜਿਸ ਦਿਨ ਸਾਡਾ ਰਿਪਬਲਿਕ ਡੇ ਸੀਗਾ it was adopted on 26th Jan 1950 रिपब्लिक डे वाले दिन जिस दिन साडा कॉन्स्टिट्यूशन लागू ਹੁੰਦਾ ਉਸ ਤੇ ਅਸੀਂ ਨੈਸ਼ਨਲ ਫਲੈਗ ਨੂੰ ਅਡਾਪਟ ਕਰ ਲੈਂਦੇ the next point is very important students the national song ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਪਤਾ ਹੋਵੇਗਾ ਵੀ ਵੰਦੇ ਮਾਤਰਮ ਸਾਡਾ ਨੈਸ਼ਨਲ Song ਹੈ ਵੰਦੇ ਮਾਤਰਮ ਕਿੱਥੋਂ ਲਿਆ ਗਿਆ ਸੀਗਾ ਬੰਕਿਮ ਚੰਦਰ ਚੈਟਰਜੀ ਦਾ ਇੱਕ ਕੰਮ ਸੀਗਾ ਉਹਨਾਂ ਨੇ ਕੁਝ ਕੰਮ ਲਿਖੇ ਹੋਏ ਸੀਗੇ ਜਿਨ੍ਹਾਂ ਵਿੱਚ ਆਨੰਦ ਮਠ ਉਸ ਵਰਕ ਦੇ ਵਿੱਚੋਂ ਬੰਕਿਮ ਚੰਦਰ ਚੈਟਰਜੀ ਦੇ ਵਰਕ ਚੋਂ ਲਿਆ ਗਿਆ ਸੀਗਾ ਵੰਦੇ ਮਾਤਰਮ ਸੋ ਅਸੀਂ ਕਹਿ ਸਕਦੇ ਹਾਂ who wrote ਵੰਦੇ ਮਾਤਰਮ answer to this is ਬੰਕਿਮ ਚੰਦਰ ਚੈਟਰਜੀ It was officially adopted on 24th January 1950. So the date 24th January 1950 national anthem same है. I really want to correct. मैं तो उन्हें कुछ correct करना चाहना. मैं पिछले national anthem जो तो गलत लिखवा था 26 January की जगह please 24th January लिख. 24th January 1950 ਦੇ ਵਿੱਚ ਇਹਨੂੰ ਅਡਾਪਟ ਕੀਤਾ ਗਿਆ national anthem ਨੂੰ ਵੀ ਤੇ national song ਨੂੰ ਵੀ. ਪਹਿਲੀ ਵਾਰ ਇਹ ਕਿੱਥੇ ਗਾਇਆ ਜਾਂਦਾ ਹੈ ਕਲਕੱਤਾ ਸੈਸ਼ਨ ਆਫ ਕਾਂਗਰਸ ਇਨ 1896 ਹੁਣ ਇੱਥੇ ਤੁਸੀਂ ਕੰਫਿਊਜ਼ ਨਹੀਂ ਹੋਣਾ ਨੈਸ਼ਨਲ ਐਂਥਮ ਜਿਹੜਾ ਸੀਗਾ ਫਸਟ ਟਾਈਮ ਗਾਇਆ ਗਿਆ ਸੀਗਾ 1911 ਚ ਤੇ ਨੈਸ਼ਨਲ Song ਕਦੋਂ ਗਾਇਆ ਗਿਆ
1896 ਦੇ ਵਿੱਚ। ਦੋਨੇ ਪਰ ਕਿਹੜੇ ਹੈ? ਕੋਲਕਾਤਾ ਸੈਸ਼ਨ। ਅੱਗੇ ਅਸੀਂ ਵਧਦੇ ਹਾਂ ਨੈਸ਼ਨਲ ਕੈਲੰਡਰ। ਅਸੀਂ ਜੋ ਮੋਸਟਲੀ ਕੈਲੰਡਰ ਘਰਾਂ 'ਚ ਯੂਜ਼ ਕਰਦੇ ਹਾਂ ਸਟੂਡੈਂਟਸ, ਉਹ ਜਾਰਜੀਅਨ ਕੈਲੰਡਰ ਹੁੰਦਾ। ਠੀਕ ਹੈ, ਜਾਰਜੀਅਨ ਕੈਲੰਡਰ ਮੀਨਸ ਜਿਹੜਾ ਕ੍ਰਿਸਚੀਅਨ ਐਰਾ ਦੇ ਮੁਤਾਬਿਕ ਹੁੰਦਾ। ਬਟ ਹਿੰਦੂਇਜ਼ਮ ਦੇ ਵਿੱਚ ਅਸੀਂ ਗੱਲ ਕਰੀਏ, ਜੋ ਹਿੰਦੂ ਲੋਕੀ ਹੁੰਦੇ ਨੇ, ਉਹ ਮੋਸਟਲੀ ਜਿਹੜਾ ਕੈਲੰਡਰ, ਜਿਹੜਾ ਇੰਡੀਆ ਦਾ ਕੈਲੰਡਰ ਕਿਸ ਦੇ ਬੇਸ ਦੇ ਉੱਤੇ ਹੈ? ਉਹ ਸਾਕਾ ਐਰਾ ਦੇ ਬੇਸ ਤੇ ਹੈ। ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ, ਯੂ ਮਸਟ ਰਿਮੈਂਬਰ ਦਿਸ ਕੁਐਸਚਨ। ਨੈਸ਼ਨਲ ਕੈਲੰਡਰ ਕਿਸ ਐਰਾ ਦੇ ਉੱਤੇ ਬੇਸਡ ਹੈ? ਸਾਕਾ ਐਰਾ। प्लीज क्रैम कर लो, ए क्वेश्चन आने की उम्मीद है। नेशनल कैलेंडर किस दे उत्ते बेस है? साका एरा दे बेस पे है। चैत्रा तोड़ा फर्स्ट मंथ है and a nominal year of 365 days along with the Georgian calendar। कदों अडॉप्ट किया गया सीगा? 22 मार्च 1957। नेक्स्ट बहुत इंपॉर्टेंट चीज ਤੁਹਾਨੂੰ पता है, नेशनल एनिमल ਉਹ ਸਾਡੇ टाइगर है। वैसे पूरे वर्ल्ड च 8 स्पीशीज ने टाइगर दी, बट इंडिया दे विच ਜਿਹੜੀ स्पीशीज आती है वो ਕਿਹੜੀ है? रॉयल बंगाल टाइगर। It is a national animal of India, so national animal। Next ਅਸੀਂ ਪੜਾਂਗੇ national bird, ਜਿਹਨੂੰ ਪਤਾ ਹੀ ਹੈ ਤੁਹਾਨੂੰ, Indian peacock, peacock मोर, Pava cristatus, ਇਹਦਾ ਨਾਮ ਹੈ national bird ਦਾ। ਇਹਦਾ ਕੀ ਨਾਮ ਹੈ? scientific name। ਕਈ ਵਾਰੀ क्वेश्चंस ਤੇ scientific name ਆ ਜਾਂਦਾ स्टूडेंट्स, ਤੁਹਾਨੂੰ ਇਹ ਯਾਦ ਹੋਣਾ ਚਾਹੀਦਾ। It is fully protected under the Indian Wildlife Protection Act 1972। स्टूडेंट्स मैं ਤੁਹਾਨੂੰ ਦੱਸਣਾ ਚਾਹਨਾ ਕਿ ਇੱਕ ਇੰਡੀਅਨ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਹੈ 1972 ਦਾ, ਜਿਸ ਦੇ ਆਧਾਰ ਤੇ ਕੀ ਹੁੰਦਾ ਹੈ, ਜਿਹੜੀ ਸਾਡੀ ਵਾਈਲਡ ਲਾਈਫ ਸਪੀਸੀਜ਼ ਆ ਉਸ ਨੂੰ ਬਚਾਇਆ ਜਾਂਦਾ ਹੈ। ਤੇ ਇਹ ਨੈਸ਼ਨਲ ਬਰਡ ਨੂੰ ਉਸ ਦੇ ਅੰਡਰ ਪਾਇਆ। ਕੋਈ ਵੀ ਇਹਦੀ ਸਪੋਜ਼ ਕਰੋ ਹੰਟਿੰਗ ਕਰਦਾ ਹੈ, ਕੋਈ ਵੀ ਇਲੀਗਲ ਵੇ ਦੇ ਨਾਲ ਇਹਨੂੰ ਰੱਖਦਾ ਹੈ, ਤੇ ਇਸ ਦੇ ਅਗੇਂਸਟ ਉਸ ਬੰਦੇ ਦੇ ਅਗੇਂਸਟ ਕੇਸ ਹੋ ਸਕਦਾ ਹੈ। ਇਟ ਕੈਨ ਬੀ ਚੈਲੰਜਡ ਇਨ ਦ ਕੋਰਟ ਆਫ ਲਾਅ। ਸੋ ਅਸੀਂ ਨੈਕਸਟ ਵਧਾਂਗੇ ਅਗਲੀ ਸਲਾਈਡ ਦੇ ਵਿੱਚ। ਆਫਟਰ ਰੀਡਿੰਗ ਆਲ ਦ ਨੈਸ਼ਨਲ ਸਿੰਬਲਸ, you must remember all these national symbols। I'm again saying PDF will be provided to you। It's your work to revise। ਤੁਹਾਡਾ ਕੰਮ ਹੈ ਰਿਵਾਈਜ਼ ਕਰਨਾ ਸਟੂਡੈਂਟਸ। ਵਿੱਚ ਮੈਂ ਇੰਗਲਿਸ਼ ਬੋਲ ਰਿਹਾ ਉਹ ਤਾਂ ਬੋਲ ਰਿਹਾ ਬਿਕੋਜ਼ ਕਈ ਸਟੂਡੈਂਟਸ ਹੈਗੇ ਆ ਜਿਹੜੇ ਇੰਗਲਿਸ਼ ਲੈਂਗੁਏਜ ਨੂੰ ਅੰਡਰਸਟੈਂਡ ਕਰਦੇ ਇਜ਼ੀਲੀ ਤੇ ਪੰਜਾਬੀ ਨੂੰ ਕਰਨਗੇ। ਸੋ ਸਾਡੀ ਮਾਂ ਬੋਲੀ ਪੰਜਾਬੀ ਹੈ, ਪੰਜਾਬ ਕਾਂਸਟੇਬਲ ਦਾ ਪੇਪਰ ਹੈ ਤੇ ਮੈਕਸਿਮਮ ਸਾਨੂੰ ਪੰਜਾਬੀ ਹੀ ਬੋਲਣੀ ਪੈਣੀ। ਸੋ ਅਸੀਂ ਨੈਕਸਟ ਵਧਦੇ ਹਾਂ। स्टूडेंट्स नेक्स्ट ਜਿਹੜਾ ਸਾਡਾ ਪੋਰਸ਼ਨ ਹੈ ਅਸੀਂ ਸਟਾਰਟ ਕਰਾਂਗੇ ਅੱਜ, ਉਹ ਕੀ ਹੈ? ਫੀਚਰਸ ਆਫ ਦ ਇੰਡੀਅਨ ਕਨਸਟੀਟਿਊਸ਼ਨ। ਸਿੱਧਾ ਤੁਹਾਡੇ ਪੇਪਰ ਦੇ ਵਿੱਚ ਤੁਹਾਡੇ ਲਾਈਕ ਦੇ ਸਿਲੇਬਸ ਦੇ ਵਿੱਚ ਇਹਦਾ ਨਾਮ ਦਿੱਤਾ ਹੋਇਆ ਹੈ ਫੀਚਰਸ ਆਫ ਦ ਇੰਡੀਅਨ ਕਨਸਟੀਟਿਊਸ਼ਨ। ਬਹੁਤ ਹੀ ਇੰਪੋਰਟੈਂਟ ਚੀਜ਼ ਹੈ स्टूडेंट्स, ਧਿਆਨ ਨਾਲ ਸਮਝੋ ਇਹਨੂੰ। ਇਟਸ ਵੈਰੀ ਇੰਪੋਰਟੈਂਟ ਟੂ ਅੰਡਰਸਟੈਂਡ। ਪਹਿਲਾ ਫੀਚਰ ਕੀ ਹੈ स्टूडेंट? ਇੱਕ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਸਾਡਾ ਇੰਡੀਅਨ ਕਨਸਟੀਟਿਊਸ਼ਨ ਹੈ ਨਾ, ਉਹ ਵਰਲਡ ਦਾ ਸਭ ਤੋਂ ਲੌਂਗੇਸਟ ਕਨਸਟੀਟਿਊਸ਼ਨ ਹੈ। ओके, ਇਹਦੇ ਵਿੱਚ ਕਿੰਨੇ ਆਰਟੀਕਲਸ ਨੇ, ਸ਼ੈਡਿਊਲਸ ਨੇ ਅਰਾਊਂਡ ਪ੍ਰੈਜ਼ੈਂਟ। ਪਲੀਜ਼ ਇਹ ਤੁਹਾਡਾ ਹੋਮਵਰਕ ਹੈ, ਰਾਈਟ ਨਾਓ ਕਿੰਨੇ ਆਰਟੀਕਲਸ ਤੇ ਕਿੰਨੇ ਸ਼ੈਡਿਊਲਸ ਨੇ ਪਲੀਜ਼ ਤੁਸੀਂ ਨੋਟ ਕਰਕੇ ਆਣੇ ਹੈ ਕੱਲ ਕਲਾਸ ਦੇ ਵਿੱਚ। ਵੈਸੇ ਮੈਂ ਜਿੱਥੋਂ ਮਟੀਰੀਅਲ ਉਠਾਇਆ ਸੀਗਾ ਉੱਥੇ ਲਿਖਿਆ ਹੋਇਆ 395 ਆਰਟੀਕਲਸ ਐਂਡ 12 ਸ਼ੈਡਿਊਲਸ, ਜਿਹਨੂੰ ਇਹ ਬਣਾ ਦਿੰਦਾ ਹੈ ਵਰਲਡ ਦਾ ਸਭ ਤੋਂ ਲੌਂਗੇਸਟ ਕਨਸਟੀਟਿਊਸ਼ਨ। ਕਿਉਂ? ਕਿਉਂਕਿ ਇਹ ਸਭ ਤੋਂ ਲੰਬਾ ਕਨਸਟੀਟਿਊਸ਼ਨ ਹੈ ਬਿਕੋਜ਼ ਇਹਦੇ ਵਿੱਚ ਇੰਨੇ ਆਰਟੀਕਲਸ ਹੈ, ਇੰਨੇ ਸ਼ੈਡਿਊਲਸ ਹੈ, ਈਚ ਐਂਡ ਐਵਰੀਥਿੰਗ ਨੂੰ ਕੋਡੀਫਾਈ ਕਰਕੇ ਲਿਖਿਆ ਹੋਇਆ ਹੈ। just compared with other countries, जैसे कि और countries ना compare करिए, जिਵੇਂ यूके ਦਾ ਤੇ written constitution ਹੈ ਹੀ, ਉਹ ਕਨਵੈਨਸ਼ਨ ਦੇ ਬੇਸ ਤੇ ਚੱਲਦਾ ਪਿਆ। ਦੂਸਰਾ यूएस ਦਾ constitution ਹੈ ਜਿਵੇਂ, ਉਹਦੇ ਸਿਰਫ 7 ਆਰਟੀਕਲਸ। दूसरा पॉइंट बहुत इंपॉर्टेंट है स्टूडेंट्स, इस पॉइंट को ध्यान ना समझो। इट हैज बीन टेकन फ्रॉम वेरियस सोर्सेज। कोई एक कंट्री तो नहीं लिया गया या एक सोर्स तो नहीं लिया गया, साडा कॉन्स्टिट्यूशन बहुत सारे सोर्सेज तो मिला के एक कॉपी बनी। सब तो इंपॉर्टेंट जेड़ा सोर्स है याद रखना स्टूडेंट्स, तुसी जितो एक कॉन्स्टिट्यूशन लेने हैं लिखते हैं वो की है गवर्नमेंट ऑफ इंडिया एक्ट 1935, गवर्नमेंट ऑफ इंडिया एक्ट। ਇਹ ਐਕਟ ਬਹੁਤ ਹੀ ਇੰਪੋਰਟੈਂਟ ਹੈ ਸਟੂਡੈਂਟਸ। ਇਹਦੇ ਵਿੱਚ ਬਹੁਤ ਸਾਰੇ ਚੇਂजेस ਆਉਂਦੇ ਆ ਬ੍ਰਿਟਿਸ਼ ਟਾਈਮ ਦੇ ਵਿੱਚ, ਤੇ ਅਸੀਂ ਦੇਖਾਂਗੇ ਕਿ ਜਦੋਂ ਅਸੀਂ ਵੈਸੇ ਹਿਸਟਰੀ ਦੇ ਪਾਰਟ ਇੰਡੀਆ ਦੇ ਹੈ ਨਹੀਂ ਤੁਹਾਡੇ ਵਿੱਚ, ਬਟ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਇਸ ਐਕਟ ਦੇ ਅਕੋਰਡਿੰਗਲੀ ਹੀ ਮੇਜਰ ਚੇਂजेस ਆਉਂਦੇ ਸਾਡੇ ਅੱਗੇ ਕਨਸਟੀਟਿਊਸ਼ਨਲ ਡਿਵੈਲਪਮੈਂਟ ਦੇ ਵਿੱਚ। ਹੁਣ ਇਸ ਐਕਟ 'ਚ ਜੋ ਬ੍ਰਿਟਿਸ਼ ਨੇ ਲਿਖ ਕੇ ਦਿੱਤਾ ਸੀਗਾ ਉਸੇ ਹੀ ਮੋਸਟਲੀ ਸਾਰੇ ਪ੍ਰੋਵੀਜ਼ਨਸ ਨੂੰ ਕਿੱਥੇ ਲਗਾਇਆ ਹੋਇਆ ਹੈ ਸਾਡੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ। ਮੈਕਸਿਮਮ ਪ੍ਰੋਵੀਜ਼ਨਸ ਕਿੱਥੋਂ ਆਉਂਦੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ 1935 ਦੇ ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚੋਂ। ਦੂਸਰਾ ਹੁਣ ਇਹ ਬੋਰਡ ਫਰਮ ਵੇਰੀਅਸ ਸੋਰਸਿਸ ਹੈ, ਜਿੱਦਾਂ ਤੁਹਾਨੂੰ ਮੈਂ ਦੱਸ ਰਿਹਾ ਹਾਂ ਉਹਦੇ ਵਿੱਚੋਂ ਇੱਕ ਸਭ ਤੋਂ ਇੰਪੋਰਟੈਂਟ ਚੀਜ਼ ਆਉਂਦੀ ਹੈ ਬੇਸਿਕ ਸਟਰਕਚਰ ਆਫ ਦ ਕਨਸਟੀਟਿਊਸ਼ਨ। ਓਕੇ ਸਟੂਡੈਂਟ, ਜੇ ਅਸੀਂ ਗੱਲ ਕਰੀਏ ਕਿ ਬੇਸਿਕ ਸਟਰਕਚਰ ਜਿਹਦੇ ਵਿੱਚ ਫੈਡਰਲ ਸਕੀਮ, ਜੁਡੀਸ਼ਰੀ, ਗਵਰਨਰ, ਐਮਰਜੈਂਸੀ ਪਾਵਰਸ, ਇਹ ਸਾਰੇ ਕਿੱਥੋਂ ਲਏ ਗਏ ਨੇ
ਗਵਰਨਮੈਂਟ ਆਫ ਇੰਡੀਆ ਐਕਟ ਆਫ 1935 ਤੋਂ। ਫਿਰ ਅਸੀਂ ਬਹੁਤ ਇੰਪੋਰਟੈਂਟ ਗੱਲ ਕਰਨਾ ਚਾਹਾਂਗਾ ਫੰਡਾਮੈਂਟਲ ਰਾਈਟਸ, ਜਿਹੜੇ ਸਾਡੇ ਹੱਕ ਹੈ, ਜਿਹੜੇ ਸਾਡੇ ਹੱਕ ਅਸੀਂ ਮੰਗਦੇ ਆ, ਜਿਵੇਂ ਆਰਟੀਕਲ 19 ਹੈ। ਆਰਟੀਕਲ 19 ਕੀ ਹੈ, ਸਾਨੂੰ ਫਰੀडम ਦਿੰਦਾ ਹੈ ਕੋਈ ਵੀ ਚੀਜ਼ ਕਰਨ ਤੋਂ। मतलब कोई भी चीज तो मतलब ऐ नहीं कह रहा कि ਅਸੀਂ ਕੁਝ ਵੀ ਕਰ ਸਕਦੇ ਹਾਂ, ਕਈ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਨੇ। ਜੇ ਸਪੋਜ਼ ਕਰੋ ਅਸੀਂ ਫਰੀडम ਹੈ ਸਾਨੂੰ ਮੂਵਮੈਂਟ ਦੀ, ਫਰੀडम ਹੈ ਸਾਨੂੰ ਅਸੈਂਬਲੀ ਕਰਨ ਦੀ, ਬਟ ਇਹਦਾ ਮਤਲਬ ਇਹ ਨਹੀਂ ਅਸੀਂ ਹਥਿਆਰ ਚੁੱਕੀਏ। ਬਿਨਾਂ ਹਥਿਆਰ ਚੁੱਕੇ ਅਸੀਂ ਕੁਝ ਵੀ ਕਰ ਸਕਦੇ ਹਾਂ, ਬਿਨਾਂ ਵਾਇਲੈਂਸ ਇਨਸਾਈਟ ਕੀਤੇ ਅਸੀਂ ਕੁਝ ਵੀ ਕਰ ਸਕਦੇ ਹਾਂ। ਸੋ ਫੰਡਾਮੈਂਟਲ ਰਾਈਟਸ ਜਿਹੜੀਆਂ ਹੁੰਦੀਆਂ ਨੇ ਸਾਨੂੰ ਉਹਨਾਂ ਦਾ ਪੂਰਾ ਹੱਕ ਹੈ। ਕਿੱਥੋਂ ਅਸੀਂ ਲਏ ਸੀਗੇ? ਅਮਰੀਕਨ ਕਨਸਟੀਟਿਊਸ਼ਨ ਤੋਂ। डायरेक्टिव प्रिंसिपल्स बहुत इंपॉर्टेंट है स्टूडेंट्स। डीपीएसपीस, डीपीएसपी से डायरेक्ट क्वेश्चन बहुत बार पेपर से आया हुआ है कि किथों ले गए सी आयरिश कॉन्स्टिट्यूशन को। डीपीएसपीस ਹੁੰਦੇ ਕਿ ਅਸੀਂ ਆਉਣ ਵਾਲੇ ਲੈਕਚਰਸ ਚ ਪੜਾਂਗੇ। ਉਸ ਤੋਂ ਬਾਅਦ ਅਸੀਂ ਪੜਾਂਗੇ ਕੈਬਨਿਟ ਫਾਰਮ ਆਫ ਗਵਰਨਮੈਂਟ। ਕੈਬਨਿਟ ਬੇਸਿਕਲੀ ਕੀ ਹੁੰਦਾ ਹੈ? ਜਿਵੇਂ ਸਾਡੀ ਇਸ ਟਾਈਮ ਲੋਕ ਸਭਾ ਰਾਜ ਸਭਾ, ਲੋਕ ਸਭਾ ਦੇ ਵਿੱਚ ਕੀ ਬੈਠਦੇ ਨੇ ਸਾਡੀ ਪਾਰਲੀਮੈਂਟ, ਪਾਰਲੀਮੈਂਟ ਦੇ ਵਿੱਚ ਕੀ ਹੈ ਸਾਡੇ ਮੰਤਰੀ ਪਰਿਸ਼ਦ ਹੈ, ਕਾਉਂਸਲ ਆਫ ਮਿਨਿਸਟਰਸ ਹੈ। ਸਭ ਤੋਂ ਜ਼ਿਆਦਾ ਟੌਪ ਤੇ ਉੱਤੇ ਕੌਣ ਹੁੰਦਾ ਹੈ? ਪ੍ਰਾਈਮ ਮਿਨਿਸਟਰ। प्राइम मिनिस्टर ਦੀ ਕੀ ਹੁੰਦੀ ਹੈ? ਕੈਬਨਿਟ ਹੁੰਦੀ ਹੈ। ਜਿਵੇਂ ਉਹਦੇ ਵਿੱਚ 10 ਤੋਂ 15 ਜੋ ਸਭ ਤੋਂ ਇਨਫਲੂਐਂਸ਼ੀਅਲ ਮਿਨਿਸਟਰਸ ਹੁੰਦੇ ਉਹ ਬੈਠਦੇ ਨੇ। ਫॉर ਐਗਜ਼ਾਮਪਲ ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ, ਇਸ ਟਾਈਪ ਦੇ ਮਿਨਿਸਟਰਸ ਬੈਠਦੇ ਨੇ ਜਿਹੜੇ ਉਹਨਾਂ ਦੇ ਹੈਲਪ ਕਰਦੇ ਨੇ। ਸੋ ਜਿਹੜੀ डिफेंस मिनिस्टर हो गया, सॉरी फॉर द योगी आदित्यनाथ, वो नहीं है, ठीक है। बाकी सारे ਜਿਹੜੇ ਬੈਠਦੇ ਨੇ ਤੇ ਇਹ ਸਾਰੇ ਫੈਸਲਾ ਲੈਂਦੇ ਨੇ, ਲਾਜ਼ ਬਣਾਉਂਦੇ ਨੇ, ਮੇਜਰ ਇੰਪਲੀਮੈਂਟੇਸ਼ਨ ਐਨੀ ਕਹਿੰਦੇ ਨੇ। ਬਟ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਸਟੂਡੈਂਟਸ, ਇਹ ਸਾਰਾ ਕੈਬਨਿਟ ਫਾਰਮ ਆਫ ਗਵਰਨਮੈਂਟ ਅਸੀਂ ਕਿੱਥੋਂ ਲਈ ਸੀ? ਬ੍ਰਿਟਿਸ਼ ਕਨਸਟੀਟਿਊਸ਼ਨ ਤੋਂ। ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਕਿੱਥੋਂ ਲਈ ਸੀ ਅਸੀਂ? ਬ੍ਰਿਟਿਸ਼ ਕਨਸਟੀਟਿਊਸ਼ਨ ਤੋਂ। ਤੁਸੀਂ ਯਾਦ ਰੱਖਣਾ ਹੈ ਕਿਸੇ ਵੀ ਪਾਰਲੀਮੈਂਟ ਦਾ ਐਸਪੈਕਟ ਆਏ ਤੁਹਾਨੂੰ ਪੇਪਰ 'ਚ ਕਿ ਪਾਰਲੀਮੈਂਟਰੀ ਫਾਰਮ ਆਫ ਕੁਝ ਲਿਆ, ਕੈਬਨਿਟ ਫਾਰਮ ਲਿਆ, ਕੋਈ ਇਸ ਟਾਈਪ ਦੀ ਚੀਜ਼ ਲਈ, ਉਹ ਕਿੱਥੋਂ ਆ ਰਹੀ ਹੈ? ਸਾਡੇ ਕੋਲ ਬ੍ਰਿਟਿਸ਼ ਕਨਸਟੀਟਿਊਸ਼ਨ ਤੋਂ ਆ ਰਹੀ ਹੈ। ਫੰਡਾਮੈਂਟਲ ਰਾਈਟਸ ਅਮਰੀਕਾ, ਡੀਪੀਐਸਪੀਸ ਆਇਰਲੈਂਡ। ਆਇਰਿਸ਼ ਦੀ ਜਗ੍ਹਾ ਆਇਰਲੈਂਡ ਵੀ ਆ ਸਕਦਾ, ਸਟੂਡੈਂਟਸ ਕੰਫਿਊਜ਼ ਨਹੀਂ ਹੋਣਾ क्योंकि आयरिश ਉਹਨਾਂ ਦੀ ਭਾਸ਼ਾ ਹੈ। ਨੈਕਸਟ ਹੁਣ ਅਸੀਂ ਅੱਗੇ ਜਾਵਾਂਗੇ ਕਿ ਹੋਰ ਕਿਹੜੀ ਅਸੀਂ ਕੰਟਰੀਜ਼ ਤੋਂ ਲਿਆ ਸਟੂਡੈਂਟਸ ਕਨਸਟੀਟਿਊਸ਼ਨ ਦੇ ਸੋਰਸਸ ਕੀ ਨੇ। ਓਕੇ, ਅਸੀਂ ਹੁਣ ਗੱਲ ਕਰ ਰਹੇ ਸੀ ਫੀਚਰਸ ਦੀ। ਫੀਚਰਸ ਜਿਵੇਂ ਕੈਨੇਡਾ ਤੋਂ ਅਸੀਂ ਕੀ ਲਿਆ ਸੀਗਾ? ਫੈਡਰੇਸ਼ਨ ਵਿਦ ਅ ਸਟਰੋਂਗ ਸੈਂਟਰ। ਜਿਹੜੀ ਫੈਡਰਲ ਸਕੀਮ ਵੈਸੇ ਅਸੀਂ ਕਿੱਥੋਂ ਲਈ ਸੀਗੀ? ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ। ਬਟ ਜੇ ਅਸੀਂ ਗੱਲ ਕਰੀਏ ਜਿਹਦੇ ਵਿੱਚ ਫੈਡਰੇਸ਼ਨ ਅਸੀਂ ਸ਼ੋ ਕਰਨੀ ਹੈ ਸਟਰੋਂਗ ਸੈਂਟਰ ਦੇ ਨਾਲ, ਸੈਂਟਰ ਨੂੰ ਅਸੀਂ ਸਟਰੋਂਗ ਰੱਖਣਾ ਹੈ, ਫੈਡਰੇਸ਼ਨ ਵੀ ਦੇਣੀ ਹੈ। ਜਿੱਦਾਂ ਕੋਈ ਵੀ ਇੱਕ ਲਾਅ ਹੈ, ਮਤਲਬ ਕੋਈ ਸਬਜੈਕਟ ਹੈ, ਉਹਦੇ ਵਿੱਚ ਜੇ ਕੋਈ ਕਨਫਲਿਕਟ ਹੋਏਗਾ ਸੈਂਟਰ ਤੇ ਸਟੇਟ ਦਾ, ਤਾਂ ਕੌਣ ਜਿੱਤੇਗਾ? ਸੈਂਟਰ ਜਿੱਤੇਗੀ। ਇਟ ਮੀਨਸ ਕਿ ਇਹਦਾ ਕੀ ਹੋ ਰਿਹਾ ਹੈ ਕਿ ਅਸੀਂ ਫੈਡਰੇਸ਼ਨ ਵੀ ਰੱਖੀ, डिवीजन भी दी, स्टेट्स ਨੂੰ ਹੱਕ ਵੀ ਦਿੱਤੇ ਸਾਰੇ ਕੰਮ ਕਰਨ ਦੇ, ਬਟ ਲੇਕਿਨ ਐਟ ਦਾ ਐਂਡ ਆਫ ਦਾ ਟਾਈਮ ਸਟਰੋਂਗ ਕੌਣ ਹੈ? ਸਾਡਾ ਸੈਂਟਰ ਹੈ। ਇਹ ਸਕੀਮ ਕਿੱਥੋਂ ਲਈ ਗਈ ਸੀ? ਇਸ ਟਾਈਪ ਦੀ ਇਹਨੂੰ ਕਹਿੰਦੇ ਕੈਨੇਡਾ ਤੋਂ ਲਈ ਸੀ। ਫਿਰ ਉਸ ਤੋਂ ਬਾਅਦ ਆਈਡੀਆਜ਼ ਨੇ ਜਿਵੇਂ ਲਿਬਰਟੀ, ਇਕੁਐਲਿਟੀ ਐਂਡ ਫ੍ਰੈਟਰਨਿਟੀ, ਇਹ ਸਾਰੇ ਆਈਡੀਆਜ਼ ਕਿੱਥੋਂ ਲਏ ਗਏ ਸੀਗੇ? ਫਰਾਂਸ ਤੋਂ ਲਏ ਸੀਗੇ। ਫਿਰ ਇੱਕ ਅਮੈਂਡਮੈਂਟ ਦਾ ਪ੍ਰੋਸੀਜਰ ਹੁੰਦਾ ਹੈ, ਜਿਵੇਂ ਸੰਵਿਧਾਨ ਦੇ ਵਿੱਚ ਜੇ ਤੁਸੀਂ ਕੁਝ ਵੀ ਚੇਂਜ ਕਰਨਾ ਚਾਹਦੇ ਹੋ ਨਾ, ਤੇ ਉਹਨੂੰ ਅਸੀਂ ਇੱਕ ਆਰਟੀਕਲ 368 ਹੁੰਦਾ ਉਹਦੇ ਅੰਡਰ ਚੇਂਜ ਕਰਦੇ ਹਾਂ, ਜਿਹਨੂੰ ਕਹਿੰਦੇ हैं कॉन्स्टिट्यूशनल अमेंडमेंट। ਅਸੀਂ ਇਦਾਂ ਨਹੀਂ ਅਮੈਂਡਮੈਂਟ ਕਰ ਸਕਦੇ। ਦੋ ਤਰ੍ਹਾਂ ਦੀ ਮੈਜੋਰਿਟੀਜ਼ ਹੁੰਦੀਆਂ ਨੇ, ਉਹ ਮੈਜੋਰਿਟੀਜ਼ ਕੀ ਹੁੰਦੀਆਂ ਨੇ ਉਹ ਅਸੀਂ ਤੁਹਾਨੂੰ ਆਉਣ ਵਾਲੇ ਲੈਕਚਰਸ ਵਿੱਚ ਸਮਝਾਵਾਂਗੇ। ਰਾਈਟ ਨਾਓ ਤੁਹਾਨੂੰ ਇਹ ਸਮਝ ਆਉਣਾ ਚਾਹੀਦਾ ਹੈ ਕਿ ਜਿਹੜੇ ਅਮੈਂਡਮੈਂਟ ਪ੍ਰੋਸੀਜਰ ਹੈ ਕਨਸਟੀਟਿਊਸ਼ਨ ਦਾ, ਕਨਸਟੀਟਿਊਸ਼ਨ 'ਚ ਕੁਝ ਬਦਲਾਅ ਕਰਨੇ ਆ, ਉਹਦੇ ਲਈ ਉਹ ਕਿੱਥੋਂ ਅਸੀਂ ਲੈ ਗਏ ਸੀਗੇ? ਸਾਊਥ ਅਫਰੀਕਾ ਦੇ ਵਿੱਚੋਂ, ਠੀਕ ਹੈ। ਦੂਸਰਾ ਰਾਜ ਸਭਾ ਦਾ ਇਲੈਕਸ਼ਨ ਦਾ ਤਰੀਕਾ ਵੀ ਅਸੀਂ ਸਾਊਥ ਅਫਰੀਕਾ ਤੋਂ ਲੈਂਦੇ ਹਾਂ ਸਟੂਡੈਂਟਸ। ਉਸ ਤੋਂ ਬਾਅਦ ਅਸੀਂ ਜਰਮਨੀ ਦੀ ਗੱਲ ਕਰਾਂਗੇ। ਜਰਮਨ ਦੇਸ਼ ਤੋਂ ਅਸੀਂ ਕੀ ਲਿਆ ਸੀਗਾ? ਜਦੋਂ ਸਪੋਜ਼ ਕਰੋ ਐਮਰਜੈਂਸੀ ਲੱਗਦੀ ਹੈ, ਸਟੂਡੈਂਟਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਦੇਸ਼ 'ਚ 3 ਟਾਈਪਸ ਦੀ ਐਮਰਜੈਂਸੀਜ਼ ਹੁੰਦੀਆਂ ਨੇ। ਇੱਕ ਹੁੰਦੀ ਹੈ ਨੈਸ਼ਨਲ ਐਮਰਜੈਂਸੀ, ਜਿਹਨੂੰ ਅਸੀਂ ਕਹਿੰਦੇ ਆ ਆਰਟੀਕਲ 356। ਇੱਕ ਹੁੰਦੀ ਹੈ ਪ੍ਰੈਜ਼ੀਡੈਂਟ ਰੂਲ, ਜਿਹਨੂੰ ਅਸੀਂ ਕਹਿੰਦੇ ਆ ਆਰਟੀਕਲ 352। ਇੱਕ ਅਸੀਂ ਕਹਿੰਦੇ ਆ ਫਾਈਨੈਂਸ਼ੀਅਲ ਐਮਰਜੈਂਸੀ, ਜਿਹਨੂੰ ਕਹਿੰਦੇ ਆ ਅਸੀਂ 360। ਸੋ ਇਹ ਤਿੰਨੋਂ ਐਮਰਜੈਂਸੀਜ਼ ਬਹੁਤ ਇੰਪੋਰਟੈਂਟ ਨੇ ਸਟੂਡੈਂਟਸ ਸਾਡੇ ਵਾਸਤੇ। ਤੇ ਇਹ ਤਿੰਨੇ ਐਮਰਜੈਂਸੀਜ਼ ਜਿਹੜੀਆਂ ਹੁੰਦੀਆਂ ਨੇ, ਇਸ ਕੇਸ 'ਚ ਕੀ ਹੁੰਦੀ ਹੈ? ਫੰਡਾਮੈਂਟਲ ਰਾਈਟਸ ਦੀ ਕਈ ਵਾਰੀ ਸਸਪੈਂਸ਼ਨ ਹੋ ਜਾਂਦੀ ਹੈ। ਹੁਣ ਐਗਜ਼ੈਕਟਲੀ ਅਸੀਂ ਐਮਰਜੈਂਸੀ ਪ੍ਰੋਵੀਜ਼ਨਸ ਅਜੇ ਨਹੀਂ ਕਰਨੇ, ਸਾਡੇ ਸਿਲੇਬਸ 'ਚ ਨਹੀਂ ਹੈਗੇ, ਸਾਨੂੰ ਬਸ ਇੰਨਾ ਪਤਾ ਹੋਈ ਚਾਹੀਦਾ ਕਿ ਇਹ ਜਿਹੜੇ ਐਮਰਜੈਂਸੀ ਪ੍ਰੋਵੀਜ਼ਨਸ ਅਸੀਂ ਕਿੱਥੋਂ ਲਏ ਸੀਗੇ? ਜਰਮਨੀ ਤੋਂ। ਫਿਰ ਉਸ ਤੋਂ ਬਾਅਦ ਅਸੀਂ ਕਰਨੇ ਆ ਪ੍ਰੋਸੀਜਰ ਐਸਟੈਬਲਿਸ਼ਡ ਬਾਈ ਲਾਅ, ਜਾਪਾਨ ਤੋਂ ਲੈਂਦੇ ਆ। ਜੋ ਵੀ ਸਾਡਾ ਲਾਅ ਚੱਲਦਾ ਉਹ ਕਿਸ ਪ੍ਰੋਸੀਜਰ ਨਾਲ ਕੰਮ ਕਰਦਾ ਉਹ ਜਾਪਾਨ ਤੋਂ ਲਿਆ। ਫਿਰ ਇੱਕ यूएसएसआर ਤੋਂ ਅਸੀਂ ਜਸਟਿਸ ਦੀ ਪ੍ਰੋਵੀਜ਼ਨਸ ਲਏ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ। ਜੋ ਅਸੀਂ ਪ੍ਰੀਐਮਬਲ 'ਚ ਪੜਾਂਗੇ ਕਿ ਜਸਟਿਸ ਕਿੰਨੇ ਤਰ੍ਹਾਂ ਦੇ ਹੁੰਦੇ ਆ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ। ਸੋ ਸਟੂਡੈਂਟਸ ਇਹ ਸੀਗੇ ਸੋਰਸਸ। ਇਹਨਾਂ ਕੰਟਰੀਜ਼ ਤੋਂ ਹੀ ਇਹ ਇੰਪੋਰਟੈਂਟ ਚੀਜ਼ਾਂ ਉਠਾਈਆਂ
ਤੇ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਇਨਕੋਰਪੋਰੇਟ ਕੀਤੀਆਂ। ਸੋ ਅਸੀਂ ਹੁਣ ਨੈਕਸਟ ਜਾਵਾਂਗੇ ਸਟੂਡੈਂਟਸ ਅਗਲੀ ਸਲਾਈਡ ਤੇ, ਜਿਹਦੇ ਵਿੱਚ ਹੋਰ ਅਸੀਂ ਫੀਚਰਸ ਡਿਸਕਸ ਕਰਾਂਗੇ ਤੇ ਅਸੀਂ ਆਪਣੇ ਲੈਕਚਰ ਨੂੰ ਕੰਟੀਨਿਊ ਕਰਾਂਗੇ। ਓਕੇ, ਸੋ ਥਰਡ ਸਿਸਟਮ ਹੈਗਾ ਫੈਡਰਲ ਸਿਸਟਮ ਵਿਦ ਯੂਨਿਟਰੀ ਬੇਸਿਸ। ਤੁਹਾਨੂੰ ਹੁਣੇ ਦੱਸਿਆ ਕਿ ਫੈਡਰਲ ਮੀਨਸ ਜਿਹਦੇ ਵਿੱਚ ਅਸੀਂ ਸਟੇਟਸ ਨੂੰ ਕੁਝ ਪਾਵਰਸ ਦੇ ਦਿੰਦੇ ਆ। ਕੁਝ ਸਬਜੈਕਟਸ ਹੁੰਦੇ ਨੇ ਸੈਂਟਰ ਦੇ, ਕੁਝ ਹੁੰਦੇ ਨੇ ਸਟੇਟ ਦੇ ਤੇ ਕੁਝ ਹੁੰਦੇ ਨੇ ਦੋਵਾਂ ਕਾਮਨ। ਹੁਣ ਪਰ ਕਈ ਜਿਹੜੇ ਕਾਮਨ ਸਬਜੈਕਟਸ ਹੁੰਦੇ ਆ ਉਹਦੇ ਵਿੱਚ ਕਈ ਵਾਰੀ ਸੈਂਟਰ ਜਿਹੜਾ ਹੁੰਦਾ ਉਹ ਸਟੇਟ ਤੇ ਭਾਰੀ ਪੈ ਜਾਂਦਾ, ਠੀਕ ਹੈ। ਦੈਟ ਮੀਨਸ ਕਿ ਹਮੇਸ਼ਾ ਸੈਂਟਰ ਹੀ ਜਿੱਤਦਾ ਹੈ। ਫੈਡਰਲ ਸਿਸਟਮ ਤੇ ਹੈ ਸਾਡਾ, ਬਟ ਬਾਇਸ ਕਿੱਥੇ ਹੈ? ਯੂਨਿਟਰੀ, ਸੈਂਟਰ ਦੇ ਵੱਲ ਹੈ। ਸੋ ਇਹਨੂੰ ਅਸੀਂ ਕੀ ਕਹਿੰਦੇ ਆ? ਫੈਡਰਲ ਸਿਸਟਮ ਵਿਦ ਯੂਨਿਟਰੀ ਬਾਇਸ। ਇਹ ਸਾਰਾ ਇਨਫੋਰਮੇਸ਼ਨ ਅੰਦਰ ਲਿਖੀ ਹੋਈ ਹੈ ਸਟੂਡੈਂਟਸ, ਪਲੀਜ਼ ਤੁਸੀਂ ਇਹਨੂੰ ਰੀਡ ਕਰੋ। ਨੈਕਸਟ ਪੁਆਇੰਟ ਅਸੀਂ ਤੁਹਾਨੂੰ ਕੱਲ ਦੇ ਲੈਕਚਰ ਵਿੱਚ ਕਰਾਵਾਂਗੇ, ਬਿਕੋਜ਼ ਆਫ ਡਿਟੇਲਡ ਹੈ ਤੇ ਅਸੀਂ ਹੁਣ ਫੀਚਰਸ ਨੂੰ ਕੱਲ ਤੱਕ ਕੰਪਲੀਟ ਕਰ ਦਾਂਗੇ ਨੈਕਸਟ ਲੈਕਚਰ ਵਿੱਚ। ਉਸ ਤੋਂ ਬਾਅਦ ਅਸੀਂ ਯੂਨੀਅਨ ਐਗਜ਼ੀਕਿਊਟਿਵ, ਫਿਰ ਉਸ ਤੋਂ ਅਗਲੀ ਕਲਾਸ ਚ ਲੈਜਿਸਲੇਚਰ, ਜੁਡੀਸ਼ਰੀ ਕਰਾਂਗੇ। ਰਾਈਟ ਨਾਓ ਹਜੇ ਤੱਕ ਜਦੋਂ ਤੁਹਾਨੂੰ ਕਰਵਾਇਆ ਹੈ ਪਲੀਜ਼ ਤੁਸੀਂ ਰਿਵਾਈਜ਼ ਕਰੋ। ਡਿਸਕ੍ਰਿਪਸ਼ਨ ਬਾਕਸ 'ਚ ਤੁਹਾਨੂੰ ਇਹਦੀ ਪੀਪੀਟੀ ਮਿਲ ਜੇਗੀ। ਟੈਲੀਗ੍ਰਾਮ ਚੈਨਲ ਤੇ ਵੀ ਅਸੀਂ ਤਾਂ ਆਪਣਾ ਸਾਰਾ ਮਟੀਰੀਅਲ ਫ੍ਰੀ ਆਫ ਕਾਸਟ ਪ੍ਰੋਵਾਈਡ ਕਰ ਰਹੇ ਹਾਂ। Please join our Telegram channel and subscribe to our YouTube channel, and please press the bell icon for the notifications. Thank you. This is Sankalp Gupta.